ਤਾਵੀਜ਼ਾਂ 'ਚ ਵਾਕਈ ਅਸਰ ਹੁੰਦਾ। ਜਣਾ ਭਾਵੇਂ ਜਿਤਨੇ ਮਰਜ਼ੀ ਗੁੱਸੇ ਵਾਲਾ ਹੋਵੇ ਆਪਣੇ ਆਪ ਨੂੰ ਪਗਿਆੜ ਪਿਆ ਸਮਝੇ। ਜੂੰ ਜਨਾਨੀ ਆਉਂਦੀ ਐਸੇ ਐਸੇ ਤਵੀਜ਼ ਕਰਾਉਂਦੀ ਹੈ, ਫਿਰ ਜਨਾਨੀ ਮਗਰ ਇੰਜ ਫਿਰਦਾ ਜਿਸ ਤਰ੍ਹਾਂ ਬਿੱਲੀ ਦਾ ਬੱਚਾ ਮਗਰ ਮਗਰ ਫਿਰਦਾ। ਇਸੇ ਤਰ੍ਹਾਂ ਇੱਕ ਨੌਜਵਾਨ ਹੈ ਘਰ 'ਚ ਬੜਾ ਗੁੱਸੇ ਵਾਲਾ ਸੀ। ਘਰ ਦੇ ਕਹਿੰਦੇ ਪੁੱਤਰ ਅਸੀਂ ਸੋਚਿਆ ਕਿ ਤੇਰੀ ਸ਼ਾਦੀ ਕਰ ਦੇ। ਨਾ ਮੈਂ ਸ਼ਾਦੀ ਨਹੀਂ ਕਰਨੀ, ਜੇ ਜਨਾਨੀ ਘਰ ਆਈ ਤਾਂ ਤੁਹਾਡੇ ਖਿਲਾਫ ਗੱਲਾਂ ਕਰੇਗੀ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣੀ, ਇਸ ਵਾਸਤੇ ਮੈਂ ਸ਼ਾਦੀ ਕੋ ਨਹੀਂ ਕਰਨੀ। ਉਹਨਾਂ ਨੇ ਨਾ ਪੁੱਤਰ ਚੱਲ ਸ਼ਾਦੀ ਕਰ ਦੇਣਾ, ਅਸੀਂ ਕੋਈ ਚੰਗੀ ਕੁੜੀ ਤੱਕ ਕੇ ਲਿਆਵਾਂਗੇ। ਉਹਨੂੰ ਮਨਾਈ, ਉਹਨੇ ਕਿਹਾ ਠੀਕ ਹੈ ਅੰਮਾ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ, ਕੋਈ ਚੰਗੀ ਜੀ ਕੁੜੀ ਤੱਕ ਉਹਨਾਂ ਤੱਕੀ। ਬਾਕੀ ਕੁੜੀ ਇੱਕ ਸ਼ਰੀਫ ਹੋਈ, ਉਹਨਾਂ ਕਿਹਾ ਪੁੱਤਰ ਬੜੀ ਸੋਹਣੀ ਕੁੜੀ ਹੈ, ਉਹਦੇ ਨਾਲ ਤੇਰੀ ਸ਼ਾਦੀ ਪੱਕੀ ਕਰ ਦਿਓ। ਜਨਾਬ ਸ਼ਾਦੀ ਹੋਈ, ਪਹਿਲੀ ਰਾਤ ਹੀ ਉਹਨਾਂ ਦੀ ਆਪੇ 'ਚ ਕੋਈ ਘਰ ਗੱਲ ਹੋਈ, ਨੋਹ ਨਾਲ ਵੀ ਕੋਈ ਗੱਲ ਨਹੀਂ ਹੋਈ। ਉਹ ਕਹਿੰਦੇ ਨੇ ਇਹ ਮਨੂਸ ਘਰ 'ਚ ਆਈ ਹੈ ਤੇ ਸਾਰਾ ਮਸਲਾ ਤਾਂ ਆਇਆ ਜਣੇ ਨੂੰ ਜਿਹੜਾ ਉਹਦੇ ਕੋਲ ਰਾਤੀ ਜਾਣ ਹੀ ਨਹੀਂ ਦਿੱਤਾ। ਸੁਬਾਹ ਉੱਠ ਕੇ ਵਿਚਾਰੀ ਇੰਝ ਆ ਗਈ ਘਰ ਦੇ ਉਹਨਾਂ ਕੰਮ ਕਰਾਏ, ਵਲੀਮਾ ਜਿਹੜਾ ਆਇਆ ਉਹਦੇ 'ਚ ਵੀ ਉਹਨੂੰ ਪਤਾ ਹੀ ਨਾ ਲੱਗਾ ਕਿ ਮੇਰਾ ਵਲੀਮਾ। ਉਸ ਦਿਨ ਵੀ ਜਨਾਨੀ ਕੋਲ ਕੋਨਾ ਜਾਂਦਾ, ਸਾਰਿਆਂ ਮੂੰਹ ਵੱਟੀ ਰੱਖਿਆ ਇਹ ਮਨੂਸ ਆਈ ਹੈ, ਇਹਦੀ ਵਜ੍ਹਾ ਨਾਲ ਜਿਹੜਾ ਸਾਰਾ ਮਸਲਾ ਹੋਇਆ। ਜਣਾ ਵੀ ਇਸੇ ਗੱਲ ਤੇ ਆ ਗਿਆ ਕਿ ਤੇਰੀ ਵਜ੍ਹਾ ਨਾਲ ਜਿਹੜਾ ਸਾਡੇ ਘਰ 'ਚ ਲੜਾਈ ਹੋਈ ਹੈ। ਬਹਰਹਾਲ 2 ਦਿਹਾੜੇ ਉਹਨਾਂ ਦੇ ਇੰਝ ਹੀ ਲੰਘੇ। ਅਗੂ ਘਰ ਦੇ ਉਹਨਾਂ ਕੰਮ ਕਰਾਣੇ ਉਹਨੂੰ ਸ਼ੁਰੂ ਕਰਦੇ, ਇੰਝ ਸਮਝਿਆ ਕਿ ਨੌਕਰਾਣੀ ਸਾਡੇ ਘਰ ਆ ਗਈ ਹੈ। ਅਗੂ ਮੁੰਡਾ ਵੀ ਇਹ ਆਂਦਾ ਕਿ ਜੋ ਮੇਰੇ ਮਾਂ ਬਾਪ ਆਖਣਗੇ ਉਹ ਹੀ ਤੂੰ ਗੱਲ ਮੰਨਣੀ ਹੈ, ਜੇ ਤੂੰ ਨਾ ਮੰਨੀ ਤਾਂ ਸਾਡੇ ਘਰ 'ਚ ਤੂੰ ਨਹੀਂ ਰਹਿ ਸਕਦੀ। ਉਹਨੇ ਆਖਿਆ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਖੋਗੇ। ਉਹ ਬੜੀ ਤੰਗ ਹੋ ਗਈ, ਰੋਜ਼ ਜਿਹੜਾ ਨਵੀਂ ਤੋਂ ਨਵੀਂ ਗੱਲ ਹੁੰਦੀ ਜਣਾ ਤੇ ਆਪੂ ਬਾਹਰ ਟੁਰ ਗਿਆ। ਕਦੇ ਕਦੇ ਆਉਂਦਾ ਸੀ ਵਾਪਸ, ਉਹ ਆ ਕੇ ਆਖਦੀ ਸੀ ਸ਼ਿਕਾਇਤਾਂ ਲਾਉਂਦੀ ਕਿ ਤੇਰੇ ਮਾਂ ਬਾਪ ਮੇਰੇ ਨਾਲ ਵਰਤਾਓ ਨਹੀਂ ਸਹੀ ਕਰਦੇ। ਉਹ ਆਂਦਾ ਜੋ ਮਰਜ਼ੀ ਹੋ ਜੇ ਤੂੰ ਰਹਿਣਾ ਇਹਨਾਂ ਨਾਲ ਹੀ ਹੈ। ਉਹ ਫਿਰ ਵਿਚਾਰੀ ਹੋਰ ਕਰ ਵੀ ਕਹਿ ਸਕਦੀ ਸੀ, ਉਹਨਾਂ ਨਾਲ ਹੀ ਰਹਿਣਾ ਸੀ। ਉਹ ਗੁਆਂਢਣ ਸੀ ਇੱਕ ਨਾਲ, ਉਹਨੂੰ ਜਾ ਕੇ ਆਪਣੇ ਦਿਲ ਦੇ ਦੁੱਖ ਦੱਸਦੀ ਸੀ ਕਿ ਇਸ ਤਰ੍ਹਾਂ ਮੇਰੇ ਨਾਲ ਹੁੰਦਾ ਹੈ ਤੇ ਮੈਂ ਹੁਣ ਬਾਜੀ ਦੱਸ ਕੀ ਕਰਾਂ। ਉਹਨੇ ਆਖਿਆ ਗੱਲ ਸੁਣ ਤੈਨੂੰ ਇੰਜ ਕੁਝ ਵੀ ਨਹੀਂ ਹੋਣਾ, ਤੂੰ ਜਾ ਕੇ ਇੱਕ ਬਾਬਾ ਹੈ ਬੜਾ ਸਿਆਣਾ, ਤੂੰ ਉਹਦੇ ਕੋਲੋਂ ਤਵੀਜ਼ ਲੈ ਕੇ ਆ। ਉਹਨੇ ਆਖਿਆ ਤਵੀਜ਼ ਲੈਣ ਮੈਨੂੰ ਕਿਸੇ ਨੇ ਜਾਣ ਨਹੀਂ ਦੇਣਾ, ਮੈਨੂੰ ਘਰੋਂ ਨਹੀਂ ਨਿਕਲਣ ਦਾ, ਬੜੀ ਮੁਸ਼ਕਲ ਆ, ਮੈਂ ਤੇਰੇ ਕੋਲ ਆਉਣੀ ਆ। ਉਹ ਬਾਬੇ ਕੋਲ ਮੈਨੂੰ ਕਿੱਥੇ ਜਾਣ, ਨਾ ਨਾ ਤੂੰ ਮੇਰੇ ਨਾਲ ਚੱਲ, ਮੈਂ ਬਹਾਨਾ ਲਾਂਗੀ ਕਿ ਤੂੰ ਮੇਰੇ ਨਾਲ ਜਾਣਾ। ਉਹਨੇ ਆਖਿਆ ਚੱਲ ਸਹੀ ਆ, ਪਤਾ ਕਰ ਲੈ, ਮੈਂ ਤੇਰੇ ਨਾਲ ਲੱਗੀ ਜਾਵਾਂਗੀ। ਉਹਨੇ ਜਨਾਬ ਉਹਨਾਂ ਘਰ ਗੱਲ ਕੀਤੀ, ਉਹਨੇ ਕਿਹਾ ਠੀਕ ਹੈ ਤੇਰੀ ਮਰਜ਼ੀ, ਤੂੰ ਖੜਨਾ ਤੇ ਲੈ ਜਾ। ਉਹ ਇਸ ਵੇਲੇ ਉੱਥੇ ਗਈ ਬਾਬੇ ਕੋਲ। ਜਨਾਬ ਬਾਬੇ ਕੋਲ ਜਾ ਕੇ ਬੈਠੀ, ਬਾਬੇ ਨੇ ਆਖਿਆ ਕਿ ਅੱਜ ਰਾਤੀ ਤੈਨੂੰ ਇੱਥੇ ਹੀ ਰਹਿਣਾ ਪੈਣਾ ਤਾਂ ਕਿ ਤੇਰੇ ਵਾਸਤੇ ਸਪੈਸ਼ਲ ਤਵੀਜ਼ ਤਿਆਰ ਕਰਨੇ ਪੈਣੇ ਨੇ ਕਿਉਂਕਿ ਤੇਰੇ ਤੇ ਬਹੁਤ ਜ਼ਿਆਦਾ ਸਖਤੀ ਹੈ। ਉਹਨੇ ਆਖਿਆ ਰਾਤ ਤੇ ਮੈਂ ਬਾਹਰ ਰਹਿ ਨਹੀਂ ਸਕਦੀ। ਅੱਗੂ ਜਿਹੜੀ ਸਹੇਲੀ ਉਹਨੇ ਆਖਿਆ ਤੂੰ ਫਿਕਰ ਨਾ ਕਰ, ਮੈਂ ਤੇਰੇ ਘਰ ਗੱਲ ਕਰ ਲੈਣੀ ਉੱਥੇ ਕਿ ਇਹ ਮਸਲਾ ਹੋ ਗਿਆ, ਅਸੀਂ ਅੱਜ ਰਾਤੀ ਨਹੀਂ ਆਉਣ ਲੀਆਂ। ਉਹਨੇ ਆਖਿਆ ਚੱਲ ਸਹੀ ਹੈ ਗੱਲ ਕਰ। ਉਹਨੇ ਜਿਹੜਾ ਇਤਲਾਹ ਪਹੁੰਚਾਈ ਆਪੂ ਤੇ ਉਹ ਘਰ ਆ ਗਈ, ਉਹਨੂੰ ਉੱਥੇ ਹੀ ਛੱਡ ਆਈ। ਸੁਬਾਹ ਗਈ, ਉਹਨੂੰ ਵਾਪਸ ਨਾਲ ਲੈ ਕੇ ਆਈ ਤੇ ਜਿਸਲੇ ਵਾਪਸ ਆਈ ਤੇ ਵਿੱਚੋਂ ਉਹ ਜਿਹੜੀ ਸਹੇਲੀ ਗਈ ਸੀ ਉਹ ਬੜੀ ਪਰੇਸ਼ਾਨ ਸੀ ਆਪਣੇ ਜਣੇ ਵਾਸਤੇ ਤਵੀਜ਼ ਲੈਣ। ਲੈ ਕੇ ਆਈ ਤਵੀਜ਼, ਉਹਨੇ ਦੱਸਿਆ ਕਿ ਬਾਬੇ ਨੇ ਇਸ ਤਰ੍ਹਾਂ ਕਰਕੇ ਤੂੰ ਪਲਾਣੇ ਨੇ। ਉਹ ਜਨਾਬ ਇਸ ਤਰ੍ਹਾਂ ਕਰਕੇ ਘਰ ਆ ਕੇ ਪਲਾਣੇ ਸ਼ੁਰੂ ਕਰ ਤੇ ਇੱਕ ਦਿਨ ਇੰਜ ਹੋਇਆ ਕਿ ਘਰੋਂ ਇੱਕ ਤਵੀਜ਼ ਨਿਕਲ ਆਇਆ। ਜੋ ਹੀ ਤਵੀਜ਼ ਨਿਕਲਿਆ ਉਹਨਾਂ ਨੇ ਰੋਲਾ ਪਾਤਾ ਕਿ ਘਰ ਸਾਡੇ ਤਵੀਜ਼ ਆ ਗਿਆ। ਕਿਸ ਤਰ੍ਹਾਂ ਤਵੀਜ਼ ਆਇਆ? ਉਹ ਸਾਰੇ ਫੈਮਿਲੀ ਨੂੰ ਉੱਥੇ ਇਕੱਠੇ ਹੋ ਗਏ। ਜਣੇ ਨੂੰ ਪਤਾ ਲੱਗਾ, ਜਣੇ ਨੇ ਜਨਾਨੀ ਨੂੰ ਫੜ ਕੇ ਕੁੱਟਣਾ ਹੀ ਸ਼ੁਰੂ ਕਰ। ਉਹਨੇ ਆਖਿਆ ਪਹਿਲਾਂ ਸਾਡੇ ਘਰੋਂ ਤਵੀਜ਼ ਹੀ ਨਹੀਂ ਨਿਕਲੇ, ਹੁਣ ਤੂੰ ਆਈ ਹੈ ਤੇ ਤਵੀਜ਼ ਨਿਕਲੇ ਨੇ, ਸਾਰੇ ਕੰਮ ਤੇਰੇ ਨੇ। ਉਹਨੇ ਆਖਿਆ ਮੈਂ ਨਹੀਂ ਕੀਤਾ, ਜ਼ਾਰੀ ਗੱਲ ਕੀਤੀ ਤੇ ਉਹਨੇ ਸੀ। ਉਹਨੇ ਆਖਿਆ ਮੈਂ ਇਹਦਾ ਕੋਈ ਕੰਮ ਨਹੀਂ ਕੀਤਾ। ਉਹਨੇ ਆਖਿਆ ਗੱਲ ਸੁਣ, ਸਾਰੀ ਸ਼ਰਾਰਤ ਤੇਰੀ ਹੈ, ਅੱਜ ਤੋਂ ਬਾਅਦ ਤੂੰ ਘਰੋਂ ਬਾਹਰ ਨਹੀਂ ਜਾਣਾ, ਨਾ ਹੀ ਤੇਰੇ ਘਰ ਕੋਈ ਇੱਧਰ ਵੜੇ ਜਾਂ ਤੇਰਾ ਕੋਈ ਰਿਸ਼ਤੇਦਾਰ ਹੈ। ਉਹਨੇ ਆਖਿਆ ਠੀਕ ਹੈ ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਉਹ ਇੱਕ ਵਾਰੀ ਤੇ ਬਾਬੇ ਕੋਲ ਗਈ ਸੀ, ਲੇਕਿਨ ਉਹ ਬਾਬਾ ਜਿਹੜਾ ਨਾ ਬੜਾ ਪਰੇਸ਼ਾਨ ਸੀ ਕਿ ਜਨਾਨੀ ਵਾਪਸ ਨਹੀਂ ਆਈ ਹੈ। ਇੱਕ ਵਾਰੀ ਆਈ ਹੈ, ਉਸ ਤੋਂ ਬਾਅਦ ਆਈ ਨਹੀਂ। ਉਹਦੀ ਸਹੇਲੀ ਕੋਲ ਪੁੱਛੋ, ਉਹਨੇ ਕਿਹਾ ਇਸ ਤਰ੍ਹਾਂ ਉਹਨਾਂ ਨੂੰ ਪਤਾ ਲੱਗ ਗਿਆ ਤਵੀਜ਼ ਦਾ ਤੇ ਇਸ ਵਜ੍ਹਾ ਤੋਂ ਜਿਹੜਾ ਨਾ ਉਹ ਨਹੀਂ ਆਉਂਦੀ ਪਈ। ਉਹ ਜਨਾਬ ਇੰਜ ਹੋਇਆ ਬਾਬਾ ਹੀ ਉਸ ਮਹੱਲੇ 'ਚ ਆ ਗਿਆ। ਬਾਬਾ ਆਇਆ, ਉਹਨਾਂ ਦਾ ਆ ਕੇ ਦਰਵਾਜ਼ਾ ਖੜਕਾਇਆ। ਉਹਨੇ ਆਖਿਆ ਜੀ ਫਲਾਣੀ ਕੁੜੀ ਕਿੱਥੇ ਹੈ? ਉਹ ਕੁੜੀ ਆਈ, ਉਹਨੇ ਕਿਹਾ ਇੱਧਰ ਆ, ਤੈਨੂੰ ਦਵਾ ਦੇਣੀ ਹੈ, ਤੇਰੇ ਤੇ ਬੜੀਆਂ ਮੁਸ਼ਕਲਾਤਾਂ ਨੇ, ਇੰਜ ਹੈ ਉਹ ਹੈ। ਉਹ ਬਾਬੇ ਕੋਲ ਜਾ ਕੇ ਬਹਿਰ ਵੇ, ਬਾਬਾ ਵੀ ਉਹਦੇ ਕੋਲ ਬਹਿਰ ਵੇ। ਜਾ ਕੇ ਸਹੇਲੀ ਦੀ ਬੈਠਕ ਜਾ ਕੇ ਬਾਬਾ ਉੱਥੇ ਦਮ ਦਰੂਦ ਕਰਦਾ ਸੀ। ਉਹ ਮਹੱਲੇ ਵਾਲੇ ਜਿਹੜੇ ਸਾਰੇ ਉਹਦੇ ਅੱਗੇ ਪਿੱਛੇ ਹੋ ਗਏ ਬਾਬੇ ਦੇ। ਵਾਕਈ ਕੋਈ ਬਾਬਾ ਸਿਆਣਾ ਹੈ ਜਿਹਦੀ ਵਜ੍ਹਾ ਨਾਲ ਇਹ ਸਾਰਾ ਕੰਮ ਹੋ ਰਿਹਾ। ਉਹ ਜਨਾਬ ਸਾਰੇ ਆ ਕੇ ਬਾਬੇ ਕੋਲੋਂ ਆ ਕੇ ਥਾਪੜਾ ਮਰਵਾਉਂਦੇ, ਕੋਈ ਕੁਝ ਕਰਦੇ। ਉਹ ਜਿਸ ਵੇਲੇ ਜਣੇ ਨੇ ਪਤਾ ਲੱਗਾ, ਜਣਾ ਕਹਿੰਦਾ ਤੂੰ ਕਿਹੜਾ ਕੰਮ ਸ਼ੁਰੂ ਕੀਤਾ? ਮਾਂ ਬਾਪ ਜ਼ਾਹਿਰੀ ਗੱਲ ਹੈ ਜਣੇ ਦੇ ਦੱਸਦੇ ਸੀ ਕਿ ਇਸ ਤਰ੍ਹਾਂ ਜਾ ਕੇ ਉਹ ਬਾਬੇ ਕੋਲ ਜਾ ਕੇ ਦੁਆਵਾਂ ਲੈਂਦੀ ਰਹਿੰਦੀ ਹੈ। ਜਣਾ ਤੇ ਆਪੂ ਬਾਹਰ ਹੀ ਸੀ। ਉਹਨੇ ਆਖਿਆ ਗੱਲ ਸੁਣ, ਜਿਸ ਤਰ੍ਹਾਂ ਮਾਂ ਬਾਪ ਆਖਦੇ ਨਹੀਂ ਤੂੰ ਉਸ ਤਰ੍ਹਾਂ ਕਰ। ਉਹਨੇ ਆਖਿਆ ਮੈਂ ਹੁਣ ਕੀ ਕਰਾਂ, ਜੇ ਮੈਂ ਕੋਈ ਮਾੜਾ ਮੋਟਾ ਤੇਰੇ ਇੱਕ ਦੋ ਜਣੇ ਦਾ ਕੰਮ ਜਿਹੜਾ ਉੱਥੇ ਬਾਹਰ ਅੜਿਆ ਸੀ। ਉਹਨੇ ਆਖਿਆ ਮੈਂ ਬਾਬੇ ਕੋਲ ਤਵੀਜ਼ ਲੈ ਕੇ ਆਈ ਹਾਂ ਤੇ ਲਾਜ਼ਮੀ ਤੁਹਾਡਾ ਵੇਖਿਓ ਕੰਮ ਹੋ ਜਾਏਗਾ। ਉਹ ਜਨਾਬ ਵਾਕਈ ਇੰਜ ਹੋਇਆ, ਜਿਹੜਾ ਤਵੀਜ਼ ਉਹਨੇ ਲਿਆਂਦਾ ਸੀ ਤੇ ਜਣੇ ਦਾ ਉਹ ਕੰਮ ਹੋ ਗਿਆ। ਜਣਾ ਬੜਾ ਖੁਸ਼। ਉਹਨੇ ਕਿਹਾ ਤੇ ਬੜਾ ਮੁਸ਼ਕਲ ਕੰਮ ਆ, ਕੰਮ ਤੇ ਹੋਣਾ ਹੀ ਕੋਈ ਨਹੀਂ ਸੀ। ਉਹਨੇ ਆਖਿਆ ਮੈਂ ਤਵੀਜ਼ ਲੈ ਕੇ, ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਕਿ ਬਾਬਾ ਜੀ ਦੀ ਦੁਆ 'ਚ ਬੜਾ ਅਸਰ ਹੈ। ਉਹਨੇ ਆਖਿਆ ਵਾਹ ਮੰਨ ਗਿਆ, ਵਾਕਈ ਹੈ ਮੇਰੀ ਤਰਫੋਂ ਬਾਬੇ ਰਾਂ ਨੂੰ 5000 ਰੁਪਏ। ਉਹਨੇ ਆਖਿਆ ਬਾਬਾ ਜੀ ਪੈਸੇ ਸ਼ੈਸੇ ਕੋਈ ਨਹੀਂ ਲੈਂਦੇ, ਇਸ ਵਾਸਤੇ ਬਾਬੇ ਰਾਂ ਨੂੰ ਪੈਸੇ ਦੇਣ ਦੀ ਕੋਈ ਨਹੀਂ ਲੋੜ। ਉਹਨੇ ਆਖਿਆ ਚਲੋ ਠੀਕ ਹੈ ਫਿਰ ਤੇ ਬੜਾ ਬਾਬਾ ਚੰਗਾ। ਕਹਿੰਦਾ ਘਰਦਿਆਂ ਨੂੰ ਪਤਾ ਲੱਗ, ਘਰਦਿਆਂ ਦੇ ਪੁੱਤਰ ਕਿਉਂ ਨਹੀਂ ਉਹਨੂੰ ਸਮਝਾਉਂਦਾ? ਕਹਿੰਦਾ ਉਲਟਾ ਜਿਹੜਾ ਜਨਾਨੀ ਦੀ ਸਾਈਡ ਲੈਣ ਲੱਗ ਪਿਆ, ਘਰਦਿਆਂ ਦੀ ਕੋਈ ਨਾ ਸਾਈਡ ਲਵੇ। ਉਹਨੇ ਆਖਿਆ ਤੁਸੀਂ ਜੋ ਮਰਜ਼ੀ ਕਰੋ, ਜਨਾਨੀ ਮੇਰੀ ਸੱਚੀ ਹੈ। ਉਹਨੇ ਆਖਿਆ ਪੁੱਤਰ ਗੱਲ ਸੁਣ, ਸਾਡੇ ਕੋਲੋਂ ਤੇ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ, ਤੇਰੀ ਜਨਾਨੀ ਜਾ ਕੇ ਬਾਬੇ ਕੋਲ ਬੈਠਕ 'ਚ ਵੜੀ ਰਹਿੰਦੀ ਹੈ, ਇਸ ਵਾਸਤੇ ਪੁੱਤਰ ਤੂੰ ਇੰਜ ਕਰ ਲਾਦਾ ਹੋ ਜਾ। ਉਹਨੇ ਆਖਿਆ ਅੰਮਾ ਮੈਨੂੰ ਮਨਜ਼ੂਰ ਹੈ, ਹਾਲਾਂਕਿ ਬੜਾ ਪਗਿਆੜ ਗੁੱਸੇ ਵਾਲਾ
सी। उन्हें आख्या अम्मा मैनू मंजूर है, मैं जनानी नूं जिहड़ा लादा लै जाना। उन्हें जनाब जनानी अपनी जिहड़ी उत्थे ही परां लादा कर ली। अगों बाबा उत्थे ही पिया रहिंदा सी। उन्हें अपने जणे नूं आख्या कि गल सुन, क्यों ना असीं बाबे नूं जिहड़ा अपनी बैठक दे दईए, क्योंकि बाहर सड़क ते सोंदा उत्थे ते मैनूं चंगा नहीं लगदा, तुहाडा किड्डा वड्डा उन्हें काम करदा। उन्हें आख्या बिल्कुल तू सही करे, नाले रोटी दा तू खास ख्याल रखना कर, कोशिश करया कर, रोज़ दूजे दिन उन्होंने बकरा दिया कर। उन्हें आख्या ठीक है मैं जी करा जिस तरह तुसी आखोगे। उन्हें जनाब बाबा ही घर रख लिया। बाबा रखिया जनाब जिसले दिल करदा बाबा आजदा उहदे कोल, ओ बाबे को टुर जाना ते घर ही कोई सी। दवां दी मौज लगी, पूरियां रंग रंगीलियां मनांदे रहे। वो इंज होया एक दिन सस ने तक लिया कि बाबे नाल जो कुछ हरकत हो रही सी। उन्हें जनाब फोटो छीके अपने जने अल टोरी। उन्हें आख्या ए तक ला जो कोई असीं तैनूं दसना चाहते सा, तू बाज नहीं आउंदा आया पिया, लेकिन तू जनानी नूं लैके लादा हो गया। जनाब जना आया गुस्से च घर, जिसले घर वापस आया उन्हें आके जनानी ने कोई गल ना की। उन्हें आख्या गल सुन बाबे नूं मेरा दिल है तू टोर दीए। उन्हें आख्या ना बाबा तू टुर गया तो साड़ियां सारियां खुशियां जांदियां रहनियां, हुण बाबे नूं इत्थे रहन दे। उन्हें आख्या नहीं हुण मेरा नहीं दिल, हुण मेरा दिल है घर दे गल्लां करदे ने, अगले पिछले महल्ले वाले भी गल्लां करदे ने, हुण तू बाबे नूं जिहड़ा ना ये तू फारग कर। उन्हें आख्या चलो सही है, मैं बाबे नूं आनी है कोई लै दे के तुसीं हुण जाओ, जाके अपने ठिकाने ते वापस जाओ, सानूं हुण तुहाडी जरूरत नहीं। उन्हें आख्या ठीक है तू उन्होंने कह दे। वो जनाब उन्हें बाबे नूं कह दिता। बाबा जिहड़ा तू टुर गया बड़ा उदास होया। अगू जनानी को आपू काबू को ना होवे, ज़ाहिरी गल आ बाबे दे इश्क जिहड़ा पूरी गिरफ्तार हो गई। बाबा जिहड़ी उन्होंने गिदड़ सिंगी दिंदा वो जणा तां नहीं सी ना दिंदा। वो जनाब कहंदा कि बाबे जिहड़ा फिर मैं जाना उत्थे जाके तवीज़ लैके आउणे आ करने जाना, बड़ा समझादा। उन्हें आख्या खुदा दा ना ही हुण मैं बाहर वापस जाना है, तू खबरदार बाबे कोल गई। उन्हें आख्या नहीं मैं तो जाने ही जाना बाबे तू बगैर नहीं मैं रह सकदी, उहदे कोल तवीज़ लैके आउणे आउणे। वो जनाब लैके आउंदी सी, जणे ने इंज कीता चुप कीता रहा। उन्हें फिर आखिरकार जनानी नूं मना लिया कि हुण बाबे कोल नहीं चली। उन्हें आख्या ठीक है मैं नहीं चली। जनाब पूरे 2 साल गुजरन तो बाद पता यह लगा कि उहदी जनानी जिहड़ी है वो नहर च टह के ते मर गई है। वो जनाब मोटरसाइकिल तो डिगी है तो उत्थे डुब गई है। वो बड़े परेशान है, जना भी रोया पिटिया, मेरी एडी चंगी जनानी सी, इंज है वो है। बहरहाल उत्थे उन्होंने नहीं सी पता कि उस टाइम एक बंदा जिहड़ा ना वो तकदा सी पिया। उन्होंने शाम का टाइम सी, उन्हें तक लिया सी कि जने ने आपू जनानी नूं धक्का मारिया सी नहर विच। वो जनाब उन्हें जाके पुलिस नूं इतलाह की, मोटरसाइकिल का उन्हें नंबर नोट किया सी। जना रोंदा पिटदा पुलिस घर आ गई। पुलिस ने घर आके जिसले आख्या उन्हें आख्या गल सुन तेनू तो असीं आए गिरफ्तार है क्यों। उन्हें आख्या गल सुन तू अपनी जनानी नूं आपू धक्का मारिया। उन्हें आख्या बिल्कुल मैं धक्का मारिया। उस टाइम ही वो मन गया। उन्हें आख्या बिल्कुल मैं धक्का मारिया। क्यों मारिया सी क्योंकि मैं तो 2 साल तू जाच दस मैं किसी टाइम मैनूं मौका लभे, मैं क्या जे उस टाइम किया ना तो सारिਆਂ ਨੂੰ शक पै जाना, तो हुण किसी ਨੂੰ शक नहीं पैना। इस वास्ते मैं धक्का मारिया कि मोटरसाइकिल साडा डिग्या तो नहर च ढह पई है तो अगू ये डुब गई है। मैं तो ये आखना सी, अगू ये नहीं सी पता कि बंदा धक्कदा पिया। ज़ाहिरी गल है जिस तरह इस तरह के काम करोगे तवीज़ा शीज़ा ले, वो फिर बाबे ने तो इस तरह का काम करना ही सी। जने नूं पता सी उहदी गैरत जिहड़ी है गवारा नहीं सी खा रही, लेकिन ये है कि बिल्ली बन गई असी जनानी पिछे। बाकी है कि एहतियात करनी चाहिए है, इन्ने तवीज़ां की लोड़ नहीं होंदी। जणियां नूं वैसे तुसीं खिदमत करो, जने चंगे होंदे ने, मासूम होंदे ने, भोले भाले होंदे ने, तुहाड़ियां गल्लां च आ जांदे ने। जनानियां नाल ज़्यादा सख्तियां नहीं करदे। अजकल दा 2023-24 का दौर है, किहड़ा जना जिहड़ा जनानी के खिलाफ गल्लां करदा, सवाल ही नहीं पैदा होंदा कोई जना करदा होवे। हर जना जिहड़ा अपनी जनानी की गल सुनदा, क्योंकि 2024 जिहड़ा मॉडर्न दौर है, जनानी जिहड़ी है इस टाइम पावरफुल है, स्ट्रांग है, तो इस वास्ते जनानियां जिहड़ियां ने वो काबू कर लैंदियां तवीज़ तो बगैर भी। तवीज़ की लोड़ नहीं होंदी। बाकी ये है जने मासूम हो गए ने हुण। बाकी ये है कि वीडियो अच्छी लगी हो तो लाइक जरूर करा करो, कमेंट्स करा करो, सबसक्राइब कर दियो तो दिल खुश होंदा। दुआओं याद रखा करो, अपनी सेहत का ख्याल रखा करो। अल्लाह हाफिज़।